ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB, ਜਿਹਦੇ ਵਿੱਚੋਂ ਪੰਜਾਬ ਦੀ ਜਿਹੜੀ ਸਥਾਈ ਮੈਂਬਰੀ ਸੀਗੀ ਉਹ ਖਤਮ ਕਰ ਦਿੱਤੀ ਗਈ ਹੈ, ਨਾ ਕਿ ਪੰਜਾਬ ਬਲਕਿ ਹਰਿਆਣਾ ਦੀ ਵੀ। ਇਸ ਚੀਜ਼ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਦੱਸਿਆ ਜਾ ਰਿਹਾ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ BBMB ਕਿਵੇਂ ਬਣਿਆ, ਕਿਉਂ ਹੋਂਦ ਵਿੱਚ ਆਇਆ, ਕੀ ਜ਼ਰੂਰਤ ਸੀ, ਕੀ ਕੰਮ ਕਰਦਾ, ਔਰ ਨਾਲ ਐਂਡ ਦੇ ਵਿੱਚ ਇਹ ਗੱਲ ਕਰਾਂਗੇ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਬੇਸਿਕਲੀ ਚਾਹੁੰਦੀ ਕੀ ਹੈ। ਬਿਕੋਜ਼ ਇਟ ਇਜ਼ ਗੈਟਿੰਗ ਵੈਰੀ ਮਚ ਕਨਫਿਊਜ਼ਡ ਦੈਟ ਕੋਡ ਆਫ ਕੰਡਕਟ ਲੱਗਾ ਹੋਇਆ ਉਸ ਟਾਈਮ। ਇੱਦਾਂ ਦੇ ਇੱਕਦਮ ਫੈਸਲੇ ਜਿਹੜੇ ਆ ਉਹ ਬਿਨਾਂ ਸਟੇਟਸ ਨਾਲ ਗੱਲਬਾਤ ਕੀਤੇ, ਜਦੋਂ ਸਟੇਟਸ ਮਨਾ ਕਰ ਚੁੱਕੀਆਂ ਸੀ ਕਿ ਅਸੀਂ ਇਹ ਚੀਜ਼ ਨਹੀਂ ਹੋਣ ਦੇਵਾਂਗੇ, ਉਸ ਦੇ ਬਾਵਜੂਦ ਵੀ ਇੱਕ ਨੋਟੀਫਿਕੇਸ਼ਨ ਕੱਢ ਕੇ 23 ਫਰਵਰੀ ਨੂੰ ਇਹ ਥੋਪ ਦਿੱਤੇ ਗਏ, ਜਿਹਦੇ ਵਿੱਚੋਂ ਪੰਜਾਬ ਔਰ ਹਰਿਆਣਾ ਦੇ ਮੈਂਬਰਸ ਨੂੰ ਬਾਹਰ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਤਿਹਾਸ ਕੀ ਸੀ, ਇਹ ਬਣਾਉਣ ਦੀ ਕਿਉਂ ਜ਼ਰੂਰਤ ਪਈ। ਗੱਲ ਸ਼ੁਰੂ ਹੁੰਦੀ ਹੈ 1960 ਦੇ ਵਿੱਚ, ਜਦੋਂ ਇੰਡੀਆ ਔਰ ਪਾਕਿਸਤਾਨ ਦੀ ਆਪਸ ਦੇ ਵਿੱਚ ਪਾਣੀਆਂ ਦੀ ਵੰਡ ਹੁੰਦੀ ਆ। ਉਹਦੇ ਤੇ ਇੰਡਸ ਰਿਵਰ, ਜਿਹੜੀ ਇੰਡਸ ਵਾਟਰ ਟਰੀਟੀ ਹੁੰਦੀ ਆ, ਜਿਹਦੇ ਵਿੱਚ ਜਿਹੜੇ 3 ਦਰਿਆ ਆ ਉਹ ਪੰਜਾਬ ਕੋਲ ਆ ਜਾਂਦੇ ਔਰ 3 ਪਾਕਿਸਤਾਨ ਕੋਲ ਜਾਂਦੇ ਆ। ਪੰਜਾਬ ਕੋਲ ਆਉਂਦਾ ਹੈ ਰਾਵੀ, ਬਿਆਸ ਐਂਡ ਸਤਲੁਜ, ਐਂਡ ਜਿਹੜਾ ਇੰਡਸ, ਚਨਾਬ ਐਂਡ ਜੇਹਲਮ ਆ ਉਹ ਪਾਕਿਸਤਾਨ ਕੋਲ ਰਹਿ ਜਾਂਦਾ। ਸੋ ਜਿਹੜੇ ਪੰਜਾਬ ਦੇ ਹਿੱਸੇ ਜਿਹੜਾ ਪਾਣੀ ਆਇਆ, ਜਿਹੜਾ ਭਾਰਤ ਦੇ ਹਿੱਸੇ ਪਾਣੀ ਆਇਆ, ਉਹਨੂੰ ਸਾਂਭਣ ਦੇ ਲਈ ਇੱਕ ਮਾਸਟਰ ਪਲਾਨ ਸੈਂਟਰ ਦੀ ਸਰਕਾਰ ਵੱਲੋਂ ਬਣਾਇਆ ਗਿਆ। ਪਾਣੀ ਦੀ ਵੰਡ ਹੋਣ ਤੋਂ ਬਾਅਦ ਜੋ ਪਾਣੀ ਭਾਰਤ ਦੇ ਹਿੱਸੇ ਆਇਆ, ਉਹਦੇ ਚੋਂ ਮੇਨ 3 ਕੰਮ ਸੀ। ਇੱਕ ਤਾਂ ਸੀ ਕਿ ਸਿੰਚਾਈ ਲਈ ਉਹਨੂੰ ਵਰਤਿਆ ਜਾਏਗਾ, ਦੂਸਰਾ ਸੀ ਉਹਦੇ ਤੋਂ ਇਲੈਕਟ੍ਰੀਸਿਟੀ ਜਨਰੇਟ ਕੀਤੀ ਜਾਏਗੀ, ਪਾਣੀ ਨਾਲ ਬਿਜਲੀ ਬਣਾਈ ਜਾਏਗੀ, ਤੀਸਰਾ ਕੰਮ ਸੀ ਕਿ ਅਗਰ ਬਾਈ ਚਾਂਸ ਹੜ੍ਹਾਂ ਵਾਲੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਤਬਾਹੀ ਤੋਂ ਰੋਕਣ ਦੇ ਲਈ, ਪਾਣੀ ਤਬਾਹੀ ਨਾ ਮਚਾਏ ਇਸ ਕਰਕੇ ਹੜ੍ਹਾਂ ਨੂੰ ਰੋਕਣ ਦਾ ਪ੍ਰਬੰਧ ਕਰਨਾ। ਔਰ ਨਾਲ ਇੱਕ ਚੌਥਾ ਵੀ ਮੋਟਿਵ ਸੀ ਕਿ ਜਿਹੜਾ ਇਹ ਪਾਣੀ ਭਾਰਤ ਦੇ ਹਿੱਸੇ ਆਇਆ, ਇਹ ਕਿਸੇ ਵੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਨਾ ਚਲਾ ਜਾਏ, ਇਹਨੂੰ ਭਾਰਤ ਦੇ ਵਿੱਚ ਹੀ ਬੰਨ੍ਹ ਕੇ ਰੱਖਿਆ ਜਾਵੇ। ਸੋ ਇੱਕ ਮਾਸਟਰ ਪਲਾਨ ਬਣਿਆ ਸੈਂਟਰ ਸਰਕਾਰ ਵੱਲੋਂ। ਉਹਦੇ ਵਿੱਚ ਜਿਹੜਾ ਮੇਜਰ ਹਿੱਸਾ ਸੀ ਉਹ ਸੀ ਭਾਖੜਾ ਨੰਗਲ ਦਾ ਜਿਹੜਾ ਡੈਮ ਬਣਨਾ ਸੀ। ਉਹ ਡੈਮ ਆਪਾਂ ਜਾਣਦੇ ਹਾਂ ਪੰਡਿਤ ਨਹਿਰੂ ਦੇ ਸਮੇਂ ਬਣਿਆ। ਪੰਡਿਤ ਨਹਿਰੂ ਵੱਲੋਂ ਬਹੁਤ ਪ੍ਰਾਊਡ ਮੂਵਮੈਂਟ ਪੂਰੇ ਇੰਡੀਆ ਦੇ ਲਈ ਉਹ ਕਹੀ ਗਈ ਸੀ। ਜਦੋਂ ਭਾਖੜਾ ਨੰਗਲ ਡੈਮ ਪ੍ਰਤਾਪ ਸਿੰਘ ਕੈਰੋਂ ਹੁੰਦੇ ਸੀ, ਉਸ ਟਾਈਮ ਉਹਨੂੰ ਇਨੋਗਰੇਟ ਕੀਤਾ ਗਿਆ। ਭਾਖੜਾ ਨੰਗਲ ਡੈਮ ਜਦੋਂ ਬਣਿਆ ਤਾਂ ਪੰਡਿਤ ਨਹਿਰੂ ਨੇ ਕਿਹਾ ਸੀ, ਮੈਂ ਇਹ ਜਿਹੜਾ ਪ੍ਰੋਜੈਕਟ ਹੈ ਆਪਣੇ ਦੇਸ਼ ਤੋਂ ਵਾਰਦਾ ਹੈ, ਇੰਡੀਆ ਤੋਂ ਵਾਰਦਾ, ਇੰਡੀਆ ਦੇ ਲਈ ਹੈ ਪ੍ਰੋਜੈਕਟ। ਸੋ ਬਹੁਤ ਪ੍ਰਾਊਡ ਮੂਵਮੈਂਟ ਸੀ ਪੰਜਾਬ ਦੇ ਲਈ ਉਹਨਾਂ ਸਮਿਆਂ ਦੇ ਦੌਰਾਨ, 1960s ਦੇ ਵਿੱਚ, 70s ਦੇ ਵਿੱਚ, ਜਦੋਂ ਭਾਖੜਾ ਨੰਗਲ ਡੈਮ ਪੰਜਾਬ ਦੇ ਵਿੱਚ ਬਣਿਆ। ਔਰ ਪੰਜਾਬ ਉਸ ਟਾਈਮ ਵਾਕਈ ਇੱਕ ਗਰੋਇੰਗ ਇਕੋਨਮੀ ਸੀ। ਬਟ ਅਲਟੀਮੇਟਲੀ ਕੀ ਹੁੰਦਾ ਹੈ ਕਿ 1966 ਆ ਜਾਂਦਾ। 1966 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਹੈ। ਮੈਂ ਇੱਥੇ ਇੱਕ ਗੱਲ ਐਡ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਭਾਖੜਾ ਨੰਗਲ ਡੈਮ ਜਦੋਂ ਬਣਿਆ ਸੀ, ਉਸ ਟਾਈਮ ਪੰਜਾਬ ਇਕੱਠਾ ਸੀ। ਇਕੱਠਾ ਪੰਜਾਬ ਦਾ ਮਤਲਬ ਸੀ ਕਿ ਹਰਿਆਣਾ ਵੀ ਇਹਦਾ ਹਿੱਸਾ ਸੀ ਔਰ ਹਿਮਾਚਲ ਵੀ ਜ਼ਿਆਦਾਤਰ ਇਹਦਾ ਹਿੱਸਾ ਸੀ। ਔਰ ਨਾਲ ਹੀ ਜਿਹੜਾ ਭਾਖੜਾ ਨੰਗਲ ਡੈਮ ਬਣਿਆ ਸੀ, ਇੱਕ ਜੁਆਇੰਟ ਵੈਂਚਰ ਸੀ। ਇਹਦੇ ਵਿੱਚ ਪੰਜਾਬ ਦੀ ਪੂਰਾ ਪੰਜਾਬ ਸੀਗਾ, ਮਤਲਬ ਹਰਿਆਣਾ HP ਵੀ ਨਾਲ ਹੀ ਰਾਜਸਥਾਨ ਦਾ ਵੀ ਇਹਦੇ ਵਿੱਚ ਜੁਆਇੰਟ ਵੈਂਚਰ ਸੀ, ਜਿਹਦੇ ਨਾਲ ਭਾਖੜਾ ਨੰਗਲ ਡੈਮ ਨੂੰ ਬਣਾਇਆ ਗਿਆ ਸੀ, ਕਿਉਂਕਿ ਰਾਜਸਥਾਨ ਨੂੰ ਵੀ ਵਾਟਰ ਸਪਲਾਈ ਐਂਡ ਇਲੈਕਟ੍ਰੀਸਿਟੀ ਦੀ ਜ਼ਰੂਰਤ ਪੂਰੀ ਕਰਨ ਦਾ ਜਿਹੜਾ ਟੀਚਾ ਸੀ ਉਹ ਵੀ ਭਾਖੜਾ ਨੰਗਲ ਡੈਮ ਤੋਂ ਸੀ। ਪਰ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ, 1966 ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਦਾ ਹੈ ਇੰਦਰਾ ਗਾਂਧੀ ਸਰਕਾਰ ਦੇ ਟਾਈਮ। ਉਸ ਟਾਈਮ ਇਹ ਜਿਹੜੇ ਪਾਣੀ ਸੀ, ਇਹਨਾਂ ਪਾਣੀਆਂ ਦਾ ਸਾਰਾ ਹੱਕ ਜੋ ਪੰਜਾਬ ਦਾ ਸੀ, ਉਹਨੂੰ ਰਾਈਪੇਰੀਅਨ ਸਿਧਾਂਤਾਂ ਦੇ ਅਕੋਰਡਿੰਗ ਵੈਸੇ ਪੰਜਾਬ ਦਾ ਹੋਣਾ ਚਾਹੀਦਾ ਹੈ। ਜਿਸ ਧਰਤੀ ਤੋਂ ਦਰਿਆ ਵਗਦੇ ਨੇ ਉਸੇ ਦਾ ਹੀ ਹੱਕ ਹੁੰਦਾ। ਬਟ ਇਹ ਜਿਹੜੇ ਰਾਈਟ ਸੀਗੇ ਸਾਰੇ ਦੇ ਸਾਰੇ ਸੈਂਟਰ ਦੀ ਸਰਕਾਰ ਕੋਲ ਚਲੇ ਜਾਂਦੇ ਆ। ਉਹਦੇ ਵਿੱਚ ਫਿਰ ਜਿਹੜੀ ਭਾਖੜਾ ਨੰਗਲ ਡੈਮ ਸੀ ਉਹਨੂੰ ਮੈਨੇਜ ਕਰਨ ਦੇ ਲਈ ਇੱਕ ਬੋਰਡ ਬਣਾਇਆ ਜਾਂਦਾ। ਉਹਦਾ ਨਾਮ ਸੀ ਭਾਖੜਾ ਮੈਨੇਜਮੈਂਟ ਬੋਰਡ। ਇਸ ਬੋਰਡ ਦਾ ਕੰਮ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਭਾਖੜਾ ਨੰਗਲ ਡੈਮ ਹੈ ਉਹਦੇ ਸਾਰੇ ਕੰਮਾਂ ਨੂੰ ਮੇਨਟੇਨ ਕਰਨਾ, ਪਲੱਸ ਜਿਹੜਾ ਡੈਮ ਆ ਉਹਦੀ ਮੇਨਟੇਨੈਂਸ ਕਰਨਾ, ਆਪਰੇਸ਼ਨ ਐਂਡ ਮੇਨਟੇਨੈਂਸ। ਡੈਮ ਦਾ ਕੰਮ ਕੀ ਸੀ ਕਿ ਪਾਣੀ ਦੀ ਫਰਦਰ ਡਿਸਟਰੀਬਿਊਸ਼ਨ ਕਰਨਾ, ਪਾਵਰ ਸਪਲਾਈ ਕਰਨਾ ਔਰ ਪਾਵਰ ਜਨਰੇਸ਼ਨ ਕਰਨਾ। ਭਾਖੜਾ ਜਿਹੜਾ ਨੰਗਲ ਡੈਮ ਆ ਉਹ ਵੀ ਕਈ ਮੈਗਾਵਾਟ ਤੱਕ, ਕਈ 100 ਮੈਗਾਵਾਟ ਤੱਕ, ਇਨਫੈਕਟ ਮੈਨੂੰ ਲੱਗਦਾ ਕਿ 3000 ਮੈਗਾਵਾਟ ਤੱਕ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਪਾਣੀ ਤੋਂ ਕਰਨ ਦੀ ਕੈਪੈਸਿਟੀ ਰੱਖਦਾ, ਸਮਰੱਥਾ ਰੱਖਦਾ। ਔਰ ਇਹ ਇੱਥੇ ਇਸ ਟਾਈਮ ਆਪਾਂ ਨੂੰ 1966 ਤੋਂ ਬਾਅਦ ਜਦੋਂ ਇਹ ਬਣਿਆ ਤਾਂ ਆਪਣਾ ਪੰਜਾਬ ਟੁੱਟ ਚੁੱਕਾ ਸੀ, ਕਈ ਟੁਕੜੇ ਹੋ ਚੁੱਕੇ ਸੀ, ਹਰਿਆਣਾ ਅਲੱਗ ਹੋ ਚੁੱਕਾ ਸੀ, HP। ਸੋ ਜਿਹੜਾ ਭਾਖੜਾ ਨੰਗਲ ਡੈਮ ਸੀ, ਇਹਦੇ ਤੋਂ ਜਿਹੜੀ ਬਿਜਲੀ ਔਰ ਪਾਣੀ ਸੀ ਇਹ ਫਰਦਰ ਇਹਨਾਂ ਸਟੇਟਸ ਨੂੰ ਡਿਸਟਰੀਬਿਊਟ ਹੋਣਾ ਸੀ। ਸੋ ਇਹ ਕੰਮ ਵੀ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਦਾ ਸੀ। ਸੋ ਇੱਥੇ ਤੱਕ ਇਹ ਸਿਰਫ ਭਾਖੜਾ ਮੈਨੇਜਮੈਂਟ ਬੋਰਡ ਸੀ, ਇਹਦੇ ਵਿੱਚ ਹਜੇ ਬਿਆਸ ਐਡ ਨਹੀਂ ਹੋਇਆ। ਬਿਆਸ ਐਡ ਹੁੰਦਾ ਹੈ ਜਦੋਂ 1976 ਦੇ ਵਿੱਚ ਬਿਆਸ ਦਾ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਤਾਂ ਉਸ ਪ੍ਰੋਜੈਕਟ ਦੀ ਵੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਦੇ ਦਿੱਤੀ ਜਾਂਦੀ ਔਰ ਇਹਦਾ ਨਾਮ ਇੱਥੇ ਆ ਕੇ ਫਿਰ ਬਦਲ ਜਾਂਦਾ, ਵਿੱਚ ਇੱਕ ਹੋਰ B ਐਡ ਹੋ ਜਾਂਦਾ ਫॉर ਬਿਆਸ। ਸੋ BBMB ਜਿਹੜਾ ਆ ਉਹਦੇ ਵਿੱਚ ਰੂਲ ਬਣੇ ਸੀ, ਉਹਦਾ ਇੱਕ ਆਪਣਾ ਐਕਟ ਸੀਗਾ, ਜਿਹਦੇ ਵਿੱਚ ਐਕਟ ਦੇ ਵਿੱਚ ਇੱਕ ਸੈਕਸ਼ਨ ਹੈ 79 ਜਿਹੜਾ ਕਹਿੰਦਾ ਹੈ ਕਿ ਇਹਦੇ ਵਿੱਚ ਇੱਕ ਚੇਅਰਮੈਨ ਹੋਏਗਾ ਔਰ 2 ਮੈਂਬਰ ਹੋਣਗੇ ਜਿਹੜੇ ਸਥਾਈ ਮੈਂਬਰ ਹੋਣਗੇ। ਉਹ ਜਿਹੜੇ ਸਥਾਈ ਮੈਂਬਰ ਹੈ
ਉਹ ਇੱਕ ਪੰਜਾਬ ਤੋਂ ਲਿਆ ਜਾਏਗਾ, ਇੱਕ ਹਰਿਆਣਾ ਤੋਂ ਲਿਆ ਜਾਏਗਾ। ਪਰ ਜਿਹੜਾ ਹੁਣ ਕੀ ਹੋਇਆ, ਹੁਣ ਇੱਦਾਂ ਹੋਇਆ ਕਿ ਸੈਂਟਰ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢ ਕੇ ਇਹ ਜਿਹੜੀ ਐਕਟ ਦੇ ਵਿੱਚ ਚੇਂਜ ਕੀਤਾ ਨੋਟੀਫਿਕੇਸ਼ਨ ਦੇ ਨਾਲ, ਉਹਦੇ ਵਿੱਚ ਇਹ ਚੇਂਜ ਕੀਤਾ ਗਿਆ ਕਿ ਇਹ ਜਿਹੜੇ ਮੈਂਬਰ ਆ ਹੁਣ ਜ਼ਰੂਰੀ ਨਹੀਂ ਹੋਏਗਾ ਕਿ ਪੰਜਾਬ ਔਰ ਹਰਿਆਣਾ ਦੇ ਹੀ ਹੋਣਗੇ, ਇਹ ਆਲ ਓਵਰ ਇੰਡੀਆ ਤੋਂ ਕਿਤੇ ਤੋਂ ਵੀ ਸਿਲੈਕਟ ਕੀਤੇ ਜਾ ਸਕਦੇ। ਅੱਜ ਤੋਂ 2 ਸਾਲ ਪਹਿਲਾਂ 2019 ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਮਿਤ ਸ਼ਾਹ, ਹੋਮ ਮਿਨਿਸਟਰ ਆਫ ਇੰਡੀਆ, ਖੈਰ ਦੈਟ ਮੈਨ ਨੀਡਸ ਨੋ ਇੰਟਰੋਡਕਸ਼ਨ, ਵੀ ਆਲ ਨੋ, ਔਰ ਨਾਲ ਹੀ ਜਿਹੜੀਆਂ ਵੀ ਪਾਰਟਨਰ ਸਟੇਟਸ ਆ BBMB ਦੇ ਵਿੱਚ, ਉਹਨਾਂ ਦੇ ਸਟੇਟਸ ਦੇ ਚੀਫ ਮਿਨਿਸਟਰਸ ਦੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਸ ਬਦਲਾਵ ਜੋ ਹੁਣ ਕੀਤਾ ਗਿਆ ਇਹਦੀ ਚਰਚਾ ਉੱਠੀ ਸੀ ਔਰ ਇਸ ਚੀਜ਼ ਨੂੰ ਮਨਾ ਕਰ ਦਿੱਤਾ ਗਿਆ ਸੀ ਚੀਫ ਮਿਨਿਸਟਰਸ ਵੱਲੋਂ। ਇਹ ਰਿਪੋਰਟ ਜਿਹੜੀ ਆ ਇੱਕ ਕਈ ਅਖਬਾਰਾਂ ਦੇ ਵਿੱਚ ਛਪੀ ਆ, ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਉਸ ਟਾਈਮ ਪੰਜਾਬ ਦੇ ਜਿਹੜੇ ਮੁੱਖ ਸਕੱਤਰ ਸੀ ਉਹਨਾਂ ਵੱਲੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਇਹ ਚੀਜ਼ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ, ਪੰਜਾਬ ਨੂੰ ਸਥਾਈ ਮੈਂਬਰ ਹੀ ਰੱਖਣਾ ਚਾਹੀਦਾ, ਇਹਨੂੰ ਹਟਾਉਣਾ ਨਹੀਂ ਚਾਹੀਦਾ, ਕਿਉਂਕਿ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਇਹ ਪੰਜਾਬ ਦੇ ਉਹਨਾਂ ਦੇ ਇਮੋਸ਼ਨਸ ਨਾਲ ਜੁੜਿਆ ਹੋਇਆ, ਸੋ ਇਸ ਕਰਕੇ ਛੇੜਛਾੜ ਨਹੀਂ ਕਰਨੀ ਚਾਹੀਦੀ। ਔਰ ਨਾਲ ਉਹਨਾਂ ਨੇ ਇਹ ਵੀ ਯਾਦ ਕਰਾਇਆ ਉਹਦੇ ਵਿੱਚ ਕਿ ਅੱਤਵਾਦ ਦਾ ਦੌਰ ਜਿਹੜਾ ਆ ਉਹ ਇੱਕ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਏਗਾ, ਉਹ ਸਿਚੁਏਸ਼ਨਸ ਅਰਾਈਜ਼ ਹੋ ਸਕਦੀਆਂ। ਇੱਥੇ ਮੈਂ ਜਾਣਕਾਰੀ ਲਈ ਐਡ ਕਰਨਾ ਚਾਹੁੰਦੀ ਹਾਂ ਵੀ 1988 ਦੇ ਅਰਾਊਂਡ BBMB ਦੇ ਜੋ ਉਸ ਟਾਈਮ ਚੇਅਰਮੈਨ ਸੀ, ਉਹਨਾਂ ਨੂੰ ਪੰਜਾਬ ਦੇ ਜਿਹੜਾ ਮਿਲੀਟੈਂਸੀ ਦਾ ਦੌਰ ਸੀ ਉਹਦੇ ਵਿੱਚ ਖਾੜਕੂਆਂ ਵੱਲੋਂ ਜਾਂ ਮਿਲੀਟੈਂਟਸ ਵੱਲੋਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਮੋਰਓਵਰ CISF ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪਹਿਲਾਂ ਇੱਥੇ ਡੈਮਸ ਦੀ ਸਿਕਿਉਰਿਟੀ ਦੇ ਲਈ DSP ਪੰਜਾਬ ਤੋਂ ਹੁੰਦੇ ਸੀ, ਪੰਜਾਬ ਪੁਲਿਸ ਦੇ, ਉਹ ਸਿਕਿਉਰਿਟੀ ਕਰਦੇ ਸੀ ਨਾਲ ਪੁਲਿਸ ਫੋਰਸ। ਕਦੇ ਵੀ ਕੋਈ ਇੱਦਾਂ ਦੀ ਸਿਚੁਏਸ਼ਨ ਅਰਾਈਜ਼ ਨਹੀਂ ਹੋਈ ਜਿੱਥੇ ਮੈਨੂੰ ਲੱਭਿਆ ਹੋਵੇ ਇਹ ਚੀਜ਼ ਕਿ ਪੰਜਾਬ ਪੁਲਿਸ ਦੇ DSPs ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਡੈਮਸ ਦੀ ਸਿਕਿਉਰਿਟੀ ਸਹੀ ਤਰ੍ਹਾਂ ਨਾ ਕਰਨ ਕਰਕੇ ਕੋਈ ਇਨਸੀਡੈਂਟ, ਕੋਈ ਐਕਸੀਡੈਂਟ ਹੋਇਆ ਹੋਵੇ। ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਪਰ ਬਾਵਜੂਦ ਉਸ ਦੇ ਵੀ ਜਦੋਂ ਸਭ ਕੁਝ ਸਹੀ ਚੱਲ ਰਿਹਾ ਸੀ, ਸੈਂਟਰ ਵੱਲੋਂ CISF ਤਾਇਨਾਤ ਕਰਨ ਦੇ ਹੁਕਮ ਜੋ ਆਰਡਰ ਆ ਉਹ ਲਾਗੂ ਕਰਨ ਦੀ ਉਹਨਾਂ ਦੀ ਤਿਆਰੀ ਆ, ਪਲੱਸ ਨਾਲ ਇਹ ਜਿਹੜਾ CISF ਦਾ ਖਰਚਾ ਇਹ ਵੀ ਜਿਹੜੀਆਂ ਇਹ ਪੰਜਾਬ ਸਟੇਟ ਹੈ ਔਰ ਜਿਹੜੀਆਂ BBMB ਦੀਆਂ ਸਟੇਟਸ ਪਾਰਟਨਰ ਆ ਉਹਨਾਂ ਦੇ ਉੱਤੇ ਹੀ ਇਹ ਬੋਝ ਜਾਏਗਾ। ਪੰਜਾਬ ਪਹਿਲਾਂ ਵੀ ਸਭ ਤੋਂ ਵੱਧ ਕੰਟਰੀਬਿਊਟ ਕਰਦਾ ਆ ਰਿਹਾ BBMB ਦੇ ਵਿੱਚ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੈਂਟਰ ਦੀ ਸਰਕਾਰ ਵੱਲੋਂ ਇਹ ਜਿਹੜੀ ਨੋਟੀਫਿਕੇਸ਼ਨ ਪੰਜਾਬ ਦੇ ਗਲ ਮੜ ਦਿੱਤੀ ਗਈ ਹੈ, ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ, ਜਦੋਂ ਪਤਾ ਸਰਕਾਰਾਂ ਆਪਣੀ ਫੁੱਲ ਪੋਟੈਂਸ਼ੀਅਲ ਤੇ ਕੰਮ ਨਹੀਂ ਕਰ ਪਾ ਰਹੀਆਂ, ਉਸ ਟਾਈਮ ਇਹ ਜਿਹੜਾ ਗੱਲ ਦੇ ਵਿੱਚ ਢੋਲ ਪਾ ਦਿੱਤਾ ਗਿਆ ਪੰਜਾਬ ਦੇ, ਇਹ ਕਿਹੜੇ ਆਧਾਰ ਤੇ ਸੈਂਟਰ ਵੱਲੋਂ ਕੀਤਾ ਗਿਆ? ਇਸ ਕਰਕੇ ਕੀਤਾ ਗਿਆ ਕਿਉਂਕਿ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਿਆ, ਜਦੋਂ ਆਪਣੇ ਪੰਜਾਬ ਦੇ ਲੀਡਰ ਸੁੱਤੇ ਪਏ ਸੀ ਜਾਂ ਚੋਣਾਂ ਦੀ ਤਿਆਰੀ ਕਰ ਰਹੇ ਸੀ ਜਾਂ ਆਪਣੇ ਨਿੱਜੀ ਕੰਮਾਂ-ਕਾਰਾਂ ਦੇ ਵਿੱਚ ਵਿਅਸਤ ਸੀ, ਉਸ ਟਾਈਮ ਡੈਮ ਸੇਫਟੀ ਬਿੱਲ ਜਿਹੜਾ ਉਹ ਸੈਂਟਰ ਸਰਕਾਰ ਨੇ ਪਾਰਲੀਮੈਂਟ 'ਚ ਪੇਸ਼ ਕਰ ਦਿੱਤਾ ਸੀ। ਇਸ ਬਿੱਲ ਦੇ ਵਿੱਚ ਮੇਨ ਪੁਆਇੰਟ ਇਹ ਕਹਿਣਾ ਸੀਗਾ ਵੀ ਜਿਹੜਾ ਵੀ ਕੋਈ ਡੈਮ ਹੈ ਜਿਹਦੇ ਉੱਤੇ ਇੱਕ ਤੋਂ ਵੱਧ ਸੂਬਿਆਂ ਦਾ ਅਧਿਕਾਰ ਹੈ, ਉਹਦਾ ਜਿਹੜੀ ਸੇਫਟੀ ਦਾ ਮੁੱਦਾ ਹੈ ਔਰ ਉਹਦੇ ਜੋ ਵੀ ਅਧਿਕਾਰ ਆ ਉਹ ਸੈਂਟਰ ਆਪਣੇ ਕੋਲ ਲੈ ਜਾਏਗਾ। ਹੁਣ ਇਸ ਚੀਜ਼ ਦਾ ਵਿਰੋਧ ਜਿਹੜਾ ਸੀ ਇਹ ਸਿਰਫ ਔਰ ਸਿਰਫ ਤਾਮਿਲਨਾਡੂ ਦੇ ਸੰਸਦ ਵੱਲੋਂ ਹੀ, ਜਿਹੜੇ ਉਹਨਾਂ ਦੇ MP ਸੀ ਉਹਨਾਂ ਵੱਲੋਂ ਹੀ ਕੀਤਾ ਗਿਆ ਸੀ। ਪੰਜਾਬ ਦੇ MPs ਤਾਂ ਮੈਨੂੰ ਲੱਗਦਾ ਪੰਜਾਬ ਦੀਆਂ ਇਲੈਕਸ਼ਨਾਂ ਦੀ ਤਿਆਰੀ ਦੇ ਵਿੱਚ ਵਿਅਸਤ ਸੀਗੇ, ਇਸ ਕਰਕੇ ਬਾਹਲਾ ਧਿਆਨ ਦੇ ਨਹੀਂ ਪਾਏ। ਇਹੀ ਗੱਲ ਕਹੀ ਜਾ ਸਕਦੀ ਹੈ ਬਿਕੋਜ਼ ਹੁਣ ਇਸ ਟਾਈਮ ਤੇ ਆਲਰੇਡੀ ਇਹੋ ਜਿਹੇ ਜਿਹੜੇ ਕੰਮ ਹੋ ਵੀ ਰਹੇ ਆ ਪੰਜਾਬ ਦੇ ਨਾਲ, ਇਹ ਆਪਣੇ ਪੰਜਾਬ 'ਚ ਜੋ ਲੀਡਰਸ਼ਿਪ ਵੈਕਿਊਮ ਆ ਜਾਂ ਮਾੜੇ ਸਤਰ ਦੀ, ਬਹੁਤ ਨੀਚੇ ਸਤਰ ਦੀ ਲੀਡਰਸ਼ਿਪ ਆ ਪੰਜਾਬ ਦੇ ਕੋਲ, ਉਹਨਾਂ ਦੀ ਬਦੌਲਤ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਅੱਜ ਦੁਬਾਰਾ ਤੋਂ ਸਹਿਣੀਆਂ ਪੈ ਰਹੀਆਂ ਨੇ। ਅਗਰ ਆਪਣੇ ਲੀਡਰ ਸક્ષਮ ਹੁੰਦੇ ਤਾਂ ਸ਼ਾਇਦ ਇਹ ਦਿਨ ਨਾ ਆਉਂਦੇ, ਕਿਉਂਕਿ 2019 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਚੀਫ ਮਿਨਿਸਟਰਸ ਨੂੰ ਲੱਗਿਆ ਸੀ ਕਿ ਇਹ ਸਾਡੇ ਤੇ ਥੋਪਣਗੇ ਇਹ ਚੀਜ਼ਾਂ, ਪਰ ਬਾਵਜੂਦ ਉਸਦੇ ਵੀ ਡੈਮ ਸੇਫਟੀ ਬਿੱਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪਾਸ ਹੋਣ ਦਿੱਤਾ ਗਿਆ। ਸੋ ਆਪਣੇ ਲੀਡਰ ਕਿਸੇ ਤਰ੍ਹਾਂ ਆਪਣੇ ਨਿੱਜੀ ਕਾਰਨਾਂ ਕਰਕੇ ਪੰਜਾਬ ਦੇ ਭਲੇ ਨੂੰ ਪਿੱਛੇ ਰੱਖ ਕੇ, ਪੰਜਾਬ ਦੇ ਮੁੱਦਿਆਂ ਨੂੰ ਪਿੱਛੇ ਰੱਖ ਕੇ ਵਿਅਸਤ ਸੀ ਔਰ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਬਿੱਲ ਪਾਸ ਕਰਕੇ ਇਹ ਨੋਟੀਫਿਕੇਸ਼ਨ ਪੰਜਾਬ ਦੇ ਗਲੇ ਦੇ ਵਿੱਚ ਢੋਲ ਪਾ ਦਿੱਤਾ, ਜਿਹੜਾ ਕਿ ਪੰਜਾਬ ਨੂੰ ਮੈਨੂੰ ਲੱਗਦਾ ਵਜਾਉਣਾ ਹੀ ਪਏਗਾ ਅੱਗੇ। ਇੰਟਰਸਟਿੰਗ ਫੈਕਟ ਇਹਦੇ ਵਿੱਚ ਇੱਕ ਇਹ ਵੀ ਹੈ ਕਿ ਇੱਕ ਕੇਸ ਹਾਈ ਕੋਰਟ ਦੇ ਵਿੱਚ ਗਿਆ ਸੀ 2015-16 ਦੇ ਵਿੱਚ। ਉਹ ਕੇਸ ਸੀ ਜਗਮੋਹਨ ਸਿੰਘ ਵਰਸਸ ਯੂਨੀਅਨ ਆਫ ਇੰਡੀਆ। ਉਹਦੇ ਵਿੱਚ ਜਿਹੜੇ ਜਗਮੋਹਨ ਸਿੰਘ ਸੀ ਉਹਨਾਂ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਮੈਂ ਸਾਰੀ ਮੈਰਿਟ ਪਾਸ ਕਰਦਾ ਹਾਂ, ਬਾਵਜੂਦ ਉਸਦੇ ਵੀ ਮੈਨੂੰ BBMB ਦਾ ਚੇਅਰਮੈਨ ਨਹੀਂ ਲਗਾਇਆ ਜਾ ਰਿਹਾ ਔਰ ਮੇਰੇ ਨਾਲ ਇਸ ਗੱਲ ਦਾ ਭੇਦਭਾਵ ਕੀਤਾ ਜਾ ਰਿਹਾ ਕਿ ਮੈਂ ਪੰਜਾਬ ਸੂਬੇ ਨੂੰ ਬਿਲੋਂਗ ਨਹੀਂ ਕਰਦਾ ਜਾਂ ਮੈਂ ਹੋਰ ਸੂਬਿਆਂ ਨੂੰ ਬਿਲੋਂਗ ਕਰਦਾ। ਤਾਂ ਉਸ ਕੇਸ ਦਾ ਹੀ ਹਵਾਲਾ ਜਿਹੜਾ ਆ ਉਹਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਜਿਹੜਾ ਕਨਸਟੀਟਿਊਸ਼ਨ ਦਾ ਆਰਟੀਕਲ 14 ਐਂਡ 16 ਆ ਉਹਦੇ ਅਧਿਕਾਰ ਦਾ ਉਲੰਘਣ ਹੋ ਰਿਹਾ, ਇੱਕ ਭੇਦਭਾਵ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ। ਸੋ ਇਸ ਕੇਸ ਦਾ ਵੀ ਹਵਾਲਾ BBMB ਵੱਲੋਂ ਦਿੱਤਾ ਗਿਆ ਔਰ ਇਸ ਕੇਸ ਦੇ ਵਿੱਚ ਜਦੋਂ ਰਿਸਪੋਂਡੈਂਟ ਵਕੀਲ ਵੱਲੋਂ ਇਹ ਗੱਲ ਇਹਦੇ ਵਿੱਚ ਕਹੀ ਜਾਂਦੀ ਹੈ ਕਿ ਹਾਲਾਂਕਿ ਇੱਥੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਔਰ ਹੋ ਵੀ ਨਹੀਂ ਰਿਹਾ, ਬਟ ਇੱਥੇ ਸਿਰਫ ਇੱਕ ਇਸ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜੀਆਂ ਸਟੇਟਸ ਆ
ਜਿਵੇਂ ਪੰਜਾਬ ਔਰ ਹਰਿਆਣਾ ਜਿਨ੍ਹਾਂ ਦਾ ਮੇਨ ਹੱਕ ਇਹਨਾਂ ਤੇ ਬਣਦਾ ਆ, ਇਹਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਮੈਂਬਰ ਚੁਣੇ ਜਾਣ ਉਹ ਪੰਜਾਬ ਦੇ ਹੋਣ ਜਾਂ ਹਰਿਆਣਾ ਦੇ ਹੋਣ, ਇਹਨਾਂ ਦੋਨਾਂ ਸਟੇਟਾਂ ਦੇ ਹੀ, ਔਰ ਉੱਥੇ ਸ਼ਾਂਤੀ ਮੇਨਟੇਨ ਕਰਨ ਲਈ ਇਹ ਸਾਰਾ ਕੁਝ ਕਰਨ ਦੀ ਜ਼ਰੂਰਤ ਹੈ ਔਰ ਕੋਰਟ ਵੱਲੋਂ ਅਲਾਉ ਵੀ ਕੀਤੀ ਗਈ ਸੀ ਇਹ ਚੀਜ਼। ਸੋ ਪੰਜਾਬੀ ਦਾ ਮੁੱਦਾ, ਸਿੱਖੀ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ ਔਰ ਪੰਜਾਬ ਦੇ ਹੱਕਾਂ ਦਾ, ਅਧਿਕਾਰਾਂ ਦਾ ਮੁੱਦਾ, ਸੋ ਇਹਨਾਂ ਦੇ ਵਿੱਚੋਂ ਜਦੋਂ ਇੱਕ ਤੇ ਵੀ ਅਟੈਕ ਹੁੰਦਾ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਸਾਰੇ ਦੇ ਸਾਰੇ ਹੀ ਮੁੱਦੇ ਆਪਣੇ ਆਪ ਉੱਠ ਪੈਂਦੇ ਨੇ, ਇਹ ਸਾਰੇ ਦੇ ਸਾਰੇ ਹੌਟ ਟੌਪਿਕ ਬਣ ਜਾਂਦੇ ਨੇ। ਔਰ ਅਗਰ ਇਹ ਚੀਜ਼ਾਂ ਹੌਟ ਟੌਪਿਕ ਬਣਦੀਆਂ ਨੇ ਤਾਂ ਜਿਹੜਾ ਪੰਜਾਬ ਆ ਉਹ ਇੱਕ ਅਨਸਰਟਨਟੀ ਦੇ ਦੌਰ ਵੱਲ ਨੂੰ ਵੱਧ ਸਕਦਾ ਹੈ, ਕਿਉਂਕਿ ਆਪਾਂ ਅਗਰ ਧਰਮ ਯੁੱਧ ਮੋਰਚੇ ਦਾ ਇਤਿਹਾਸ ਪੜ੍ਹੀਏ, ਉਸ ਤੋਂ ਪਹਿਲਾ ਇਤਿਹਾਸ ਔਰ ਉਸ ਤੋਂ ਬਾਅਦ ਵਾਲਾ, ਤਾਂ ਇਹੀ ਚੀਜ਼ ਦੇਖਣ ਨੂੰ ਮਿਲਦੀ ਹੈ। ਐਂਡ ਅਲਟੀਮੇਟਲੀ ਪੰਜਾਬ ਮੈਟ ਵਿਦ ਮਿਲੀਟੈਂਸੀ। ਹੁਣ ਸੈਂਟਰ ਦੀ ਸਰਕਾਰ ਚਾਹੁੰਦੀ ਕੀ ਹੈ, ਇਹ ਬਹੁਤ ਹਾਰਡ ਟੂ ਅੰਡਰਸਟੈਂਡ ਹੈ। ਇੱਕ ਪਾਸੇ ਤਾਂ ਸੈਂਟਰ ਦੀ ਸਰਕਾਰ ਇਹ ਬੜੇ ਨਾਜ਼ੁਕ ਜਿਹੇ ਮੁੱਦੇ ਟੱਚ ਕਰਦੀ ਆ। ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜੇ ਸਿੱਖ ਆ ਬੜੇ ਇਮੋਸ਼ਨਲ ਆ, ਪੰਜਾਬੀ ਲੋਕ ਆ ਬੜੇ ਇਮੋਸ਼ਨਲ ਆ, ਸੋ ਇਸ ਕਰਕੇ ਇੱਥੋਂ ਦੀ ਜਿਹੜੀ ਮੈਜੋਰਿਟੀ ਜਨਸੰਖਿਆ ਜਿਹੜੀ ਸਿੱਖ ਹੈ ਉਹਨਾਂ ਨੇ ਇਮੋਸ਼ਨਸ ਨੂੰ ਟੱਚ ਕਰਨ ਦੀ, ਉਹ ਕੈਚ ਕਰਨ ਦੀ ਕੋਸ਼ਿਸ਼ ਹੈ। ਲਾਈਕ ਸਿੱਖ ਬੰਦੀਆਂ ਦੀ ਰਿਹਾਈ ਕਰ ਦਾਂਗੇ, ਅਸੀਂ ਸਿੱਖ ਸੰਤਾਂ ਨਾਲ ਮੀਟਿੰਗ ਕੀਤੀ। ਸਿੱਖ ਸੰਤ ਬੇਸਿਕਲੀ ਸਿੱਖ ਧਰਮ 'ਚ ਕੋਈ ਨਹੀਂ ਹੁੰਦੇ, ਸਿਰਫ ਸਿੱਖ ਸੰਗਤ ਨੂੰ ਜਿਹੜੇ ਬੰਨ੍ਹ ਕੇ ਰੱਖਣ ਵਾਲੇ ਕੁਛ ਬਾਬੇ ਨੇ ਉਹਨਾਂ ਨੂੰ ਬੁਲਾ ਕੇ ਇੱਕ ਬੜਾ ਸ਼ੋ ਆਫ, ਇੱਕ PR ਕੀਤੀ ਗਈ। ਸੋ ਇੱਕ ਪਾਸੇ ਤਾਂ ਇੱਦਾਂ ਦੇ ਸੰਵੇਦਨਸ਼ੀਲ ਮਾਮਲਿਆਂ 'ਤੇ ਇੱਕ ਸੰਵੇਦਨਸ਼ੀਲਤਾ ਦਿਖਾਉਣੀ, ਸਿੰਪਥੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੀ, ਔਰ ਦੂਸਰੇ ਪਾਸੇ ਪੰਜਾਬ ਦਾ ਫੰਡ ਰੋਕ ਦੇਣਾ, ਰੂਰਲ ਡਿਵੈਲਪਮੈਂਟ ਫੰਡ, ਪਲੱਸ ਨਾਲ ਹੀ ਇਹ ਜਿਹੜਾ ਇੱਕਦਮ ਨੋਟਿਸ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਠੋਪ ਦਿੱਤਾ ਜਾਣਾ। BSF ਦੀ ਜੂਰਿਸਡਿਕਸ਼ਨ ਬਹੁਤ ਪਹਿਲਾਂ ਹੀ ਵਧਾ ਦਿੱਤੀ ਗਈ ਸੀ ਇਲੈਕਸ਼ਨਾਂ ਤੋਂ। ਉਸ ਤੋਂ ਬਾਅਦ CISF ਦੀ ਤੈਨਾਤੀ ਕਰ ਦੇਣਾ, ਜਦੋਂ ਪੰਜਾਬ ਪੁਲਿਸ ਪੂਰੀ ਸક્ષਮਤਾ ਦੇ ਨਾਲ ਡੈਮਸ ਨੂੰ ਮੈਨੇਜ ਕਰਦੀ ਆ ਰਹੀ ਸੀ, ਸਿਕਿਉਰ ਰੱਖਦੀ ਆ ਰਹੀ ਸੀ, ਬਾਵਜੂਦ ਉਸਦੇ ਵੀ ਇੱਕ ਐਕਸਟਰਾ ਖਰਚਾ ਪੰਜਾਬ 'ਤੇ ਥੋਪ ਦੇਣਾ। ਇਹ ਦੋ ਬੜੇ ਅਲੱਗ-ਅਲੱਗ ਆਸਪੈਕਟ ਨੇ। ਇੱਕ ਪਾਸੇ ਤਾਂ ਜਿਹੜਾ ਫੈਡਰਲ ਸਟਰਕਚਰ ਆ ਉਹਦੇ 'ਤੇ ਸੱਟ ਮਾਰੀ ਜਾ ਰਹੀ ਹੈ, ਜੋ ਪੰਜਾਬ ਸੂਬੇ ਦੇ ਅਧਿਕਾਰ ਆ ਉਹਦੇ ਹੱਕ ਨੇ ਉਹਨਾਂ 'ਤੇ ਸੱਟ ਮਾਰੀ ਜਾ ਰਹੀ ਹੈ। ਦੂਸਰੇ ਪਾਸੇ ਜੋ ਰਾਈਟ ਵਿੰਗ ਆਈਡੀਓਲੋਜੀ ਸੈਂਟਰ ਦੇ ਵਿੱਚ ਰੂਲ ਕਰ ਰਹੀ ਹੈ, ਜਿਹਦਾ ਕੰਮ ਹੈ ਧਰਮ ਦੀ ਸਿਆਸਤ ਖੇਡਣਾ, ਧਰਮ ਵਰਗੇ ਮੁੱਦਿਆਂ ਦੇ ਉੱਤੇ ਕੰਜ਼ਰਵੇਟਿਜ਼ਮ ਵੱਲ ਨੂੰ ਵਧਾਉਣਾ ਸੂਬੇ ਨੂੰ, ਉਹ ਚੀਜ਼ ਕਰ ਰਹੇ ਆ ਤਾਂ ਕਿ ਲੋਕਾਂ ਤੋਂ ਰਿਸਪੈਕਟ ਵੀ ਲੈ ਸਕਣ ਔਰ ਨਾਲ ਦੀ ਨਾਲ ਪੰਜਾਬ ਨੂੰ ਅੰਦਰੋਂ ਖੋਖਲਾ ਵੀ ਕਰ ਸਕਣ। ਇਹਦੇ ਪਿੱਛੇ ਅਲਟੀਰੀਅਰ ਮੋਟਿਵ ਸੈਂਟਰ ਦੀ ਸਰਕਾਰ, ਸੈਂਟਰ ਦੇ ਵਿੱਚ ਰੂਲ ਕਰਦੀ ਰਾਈਟ ਦੀ ਆਈਡੀਓਲੋਜੀ ਦਾ ਇਹ ਵੀ ਹੋ ਸਕਦਾ ਹੈ ਕਿ ਅਗਰ ਕੱਲ੍ਹ ਨੂੰ ਸਾਡੀ ਸਰਕਾਰ ਨਾ ਵੀ ਆਈ ਮੰਨ ਲਓ ਪੰਜਾਬ ਦੇ ਵਿੱਚ, ਘੱਟੋ ਘੱਟ ਅਸੀਂ ਪੰਜਾਬ ਦੀ ਜਿਹੜੀ ਕਹਿ ਲਈਏ ਸੰਗੀ ਤਾਂ ਮਰੋੜ ਸਕਦੇ, ਉਹਦੀ ਸੰਗੀ ਤਾਂ ਦਬਾ ਸਕਦੇ ਹਾਂ, ਉਹਦੇ ਹੱਕਾਂ 'ਤੇ ਤਾਂ ਡਾਕਾ ਮਾਰ ਕੇ ਆਪਣਾ ਦਬਦਬਾ, ਆਪਣੀ ਧੱਕੇਸ਼ਾਹੀ ਕਾਇਮ ਰੱਖ ਸਕਦੇ ਹਾਂ। ਪੰਜਾਬ ਜਿਹੜਾ ਆ, ਪੰਜਾਬ ਦੇ ਸਟੂਡੈਂਟ ਹੈ ਜਾਂ ਆਪਣੀ ਉਮਰ ਦੇ ਲੋਕ ਆ ਜਿਨ੍ਹਾਂ ਨੇ ਪੜ੍ਹਿਆ ਆ ਚੰਗੀ ਤਰ੍ਹਾਂ, ਤਾਂ ਉਹਦੇ ਵਿੱਚ ਆਪਾਂ ਇੱਕ ਚੀਜ਼ ਪੜ੍ਹਦੇ ਸੀਗੇ ਕਿ ਆਪਾਂ ਨੂੰ ਬਹੁਤ ਯਾਦ ਕਰਾਈ ਜਾਂਦੀ ਸੀ, ਉਹ ਸਵਾਲ ਵੀ ਪੁੱਛਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਕੋਲ ਸਭ ਤੋਂ ਗ੍ਰੇਟ ਮੋਨੂਮੈਂਟਸ ਕੀ ਆ, ਗ੍ਰੇਟ ਚੀਜ਼ਾਂ ਕੀ ਆ। ਉਹਦੇ ਵਿੱਚੋਂ ਭਾਖੜਾ ਨੰਗਲ ਡੈਮ ਦਾ ਜ਼ਿਕਰ ਆਉਂਦਾ ਸੀ ਕਿ ਏਸ਼ੀਆ ਦਾ ਸੈਕਿੰਡ ਟਾਲੈਸਟ ਡੈਮ ਹੈ, ਸਾਡੇ ਪੰਜਾਬ ਦਾ ਮਾਣ ਹੈ। ਉਹ ਕੀ ਮਾਣ ਰਿਹਾ, ਹੁਣ ਆਪਾਂ ਸ਼ਾਇਦ ਮੈਚਿਓਰ ਹੋ ਗਏ ਹਾਂ, ਹੁਣ ਆ ਕੇ ਸਮਝ ਸਕਦੇ ਹਾਂ ਕਿ ਉਹਦੇ 'ਤੇ ਤਾਂ ਮਾਣ ਕਰਨ ਵਾਲੀ ਕੋਈ ਐਸਾ ਚੀਜ਼ ਹੀ ਨਹੀਂ ਹੈ। ਇਹ ਪੰਜਾਬ ਜਿਹੜਾ 5 ਆਬਾਂ ਦਾ ਪੰਜਾਬ ਹੈ, ਉਹਦੇ ਵਿਚਲੇ ਆਬਾਂ ਦੇ ਉੱਤੇ ਇਹਨਾਂ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਸਰਕਾਰ ਦਾ ਕੋਈ ਵੀ ਹੱਕ ਹੀ ਨਹੀਂ ਰਿਹਾ। ਐਵਰੀਥਿੰਗ ਇੱਕ ਡੋਰੀ ਦੇ ਨਾਲ ਲਪੇਟ ਕੇ ਪੂਰੇ ਪੰਜਾਬ ਨੂੰ, ਉਹ ਡੋਰੀ ਸੈਂਟਰ ਦੇ ਵਿੱਚੋਂ ਖਿੱਚੀ ਜਾ ਰਹੀ ਹੈ ਔਰ ਕਠਪੁਤਲੀ ਬਣਾ ਕੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਚਾਇਆ ਜਾ ਸਕਦਾ ਹੈ ਅਗਰ ਸੈਂਟਰ ਦੀ ਰਾਈਟ ਵਿੰਗ ਆਈਡੀਓਲੋਜੀ ਇਸੇ ਤਰ੍ਹਾਂ ਹੀ ਸਭ ਕੁਝ ਆਪਣੇ ਹੱਥਾਂ ਦੇ ਵਿੱਚ ਸੈਂਟਰਲਾਈਜ਼ ਕਰਨ ਦੀ ਫੈਂਟਸੀ ਰੱਖ ਕੇ ਕੰਮ ਕਰਦੀ ਰਹੀ। ਥੈਂਕ ਯੂ ਸੋ ਮਚ ਫॉर ਵਾਚਿੰਗ।